ਮਲਾਰੂ ਮਹੱਲਾ ਚੌਥਾ। ਗੰਗਾ ਯਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਭਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਯਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਭਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ 68 ਮੱਜਨ ਰਾਈ ਸਤ ਸੰਗਤ ਕੀ ਧੂਰ ਪਰੀ ਓਡਨ ਤਰੀ। ਸਭ ਦੁਰਮਤ ਮੈਲ ਗਵਾਈ। ਜਾਹਰ ਨਮੀ ਤਪੈ ਭਾਗੀਰਥ ਆਣੀ। ਕੇਦਾਰ ਥਾਪਿਓ ਮਹਿਸਾਈ। ਕਾਂਸੀ ਕ੍ਰਿਸ਼ਨ ਚਰਾਵਤ ਗਾਓ। ਮਿਲ ਹਰ ਜਨ ਸੋਭਾ ਪਾਈ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੇ ਧੂਰ ਸਾਧੂ ਕੀ ਤਾਈ। ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ। ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਨਾਨਕ ਲਲਾਟ ਹੋਵੈ ਜਿਸ ਲਿਖਿਓ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਨਾਨਕ ਲਲਾਟ ਹੋਵੈ ਜਿਸ ਲਿਖਿਓ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਸ੍ਰੀ ਗੁਰੂ ਜੀ। ਮਨ ਮੁਖ ਸੇਵਾ ਜੋ ਕਰੇ ਦੂਜੈ ਪਾਏ ਚਿਤ ਲਾਏ।
ਪੁੱਤ ਕਲਤ ਕੁਟੰਬ ਹੈ, ਮਾਇਆ ਮੋਹ ਵਧਾਏ। ਦਰਗਹਿ ਲੇਖਾ ਮੰਗੀਐ, ਕੋਈ ਅੰਤ ਨਹੀਂ, ਅੰਤ ਨਾ ਸਕੀ ਛੁਡਾਏ। ਬਿਨ ਨਾਵੈ ਸਭ ਦੁਖ ਹੈ, ਦੁਖਦਾਈ ਮੋਹ ਪਾਏ। ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਸਤਿਗੁਰੂ ਸੋਢੀ ਸੁਲਤਾਨ ਗੁਰਦੇਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਮਨ ਮੁਖ ਸੇਵਾ ਜੋ ਕਰੇ, ਦੂਜੈ ਭਾਏ ਚਿਤ ਲਾਏ। ਜੋ ਮਨਮੁਖ ਦਵੈਤ ਭਾਵ ਵਿੱਚ ਚਿੱਤ ਲਾ ਕੇ ਸੇਵਾ ਕਰੇ, ਪਰ ਸੇਵਾ ਕਰਦਾ ਹੈ ਦਵੈਤ ਭਾਵ ਵਿੱਚ ਲੱਗ ਕੇ, ਕੋਟੀ ਮਤ ਦੇ ਵਿੱਚ ਲੱਗ ਕੇ। ਪੁੱਤਰ ਇਸਤਰੀ ਆਦਿਕ ਜੋ ਸੰਬੰਧੀ ਨੇ ਵਿੱਚ ਲੱਗ ਕੇ ਮਾਇਆ ਦਾ ਮੋਹ ਹੀ ਵਧਾਰਿਆ। ਬੜੀ ਮਾਇਆ ਵਿੱਚ ਹੀ ਚਿਤ ਬਣੀ ਹੈ, ਮਨ ਮਾਇਆ ਵਿੱਚ ਹੀ ਰੰਗਿਆ ਹੈ। ਦਰਗਹਿ ਲੇਖਾ ਮੰਗੀਐ, ਕੋਈ ਅੰਤ ਨਾ ਸਕੀ ਛੁਡਾਏ। ਫਿਰ ਸਤਿਗੁਰੂ ਫਰਮਾਉਂਦੇ ਨੇ ਦਰਗਾਹ ਦੇ ਵਿੱਚ ਉਸ ਮਨਮੁਖ ਤੋਂ ਫਿਰ ਲੇਖਾ ਮੰਗਿਆ ਜਾਵੇਗਾ। ਕੈਸਾ ਲੇਖਾ ਕਿ ਤੂੰ ਜਗਤ ਵਿੱਚ ਆਇਆ, ਕਾਰ ਵਿਹਾਰ ਧੰਦੇ ਕੀਤੇ, ਸੰਬੰਧੀਆਂ ਨੂੰ ਪਾਲਿਆ। ਮਾਇਆ ਵਿੱਚ ਤੇਰਾ ਅੱਤ ਦਾ ਮੋਹ ਸੀ, ਤੇ ਚੋਰੀਆਂ ਵੀ ਕੀਤੀਆਂ, ਝੂਠ ਵੀ ਬੋਲਿਆ, ਪਾਪ ਵੀ ਸਿੰਚਨ ਕੀਤੇ ਸੰਬੰਧੀਆਂ ਲਈ। ਕਿਉਂਕਿ ਮਨਮੁਖ ਕਿਸ ਨੂੰ ਕਹਿੰਦੇ ਨੇ? ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਵੀ ਬਖਸ਼ਿਸ਼ਾਂ ਕਰਨੀਆਂ ਕਿ ਭਾਈ ਮਨਮੁਖ ਮਨ ਦੀ ਮਤ ਸਿਆਣਪ ਵਰਤਣ ਵਾਲਾ, ਮਨਮਤੀਆ ਜੋ ਗੁਰੂ ਨੂੰ ਮੁੱਖ ਨਾ ਰੱਖੇ। ਗੁਰਮੁਖ ਉਹ ਜੋ ਗੁਰੂ ਨੂੰ ਮੁੱਖ ਰੱਖੇ, ਗੁਰ ਸ਼ਬਦੀ ਗੁਰਮਤੀਆ, ਗੁਰੂ ਦੇ ਸਿਧਾਂਤ ਉਪਦੇਸ਼ ਤੇ ਚੱਲੇ, ਉਹ ਗੁਰਮੁਖ। ਔਰ ਮਨਮੁਖ ਮਨ ਦੀ ਮਤ ਤੇ ਸਿਆਣਪ ਵਰਤੀ, ਗੁਰੂ ਦਾ ਹੁਕਮ ਉਪਦੇਸ਼ ਨਹੀਂ ਮੰਨਿਆ। ਜਗਤ ਵਿੱਚ ਵਿਚਰਿਆ, ਵਿਹਾਰ ਧੰਦੇ ਆਦਿ ਕਰਮ ਕੀਤੇ, ਪਰ ਮਨ ਦੀ ਮਤ ਵਰਤ ਕੇ। ਇਸ ਸਤਿਗੁਰੂ ਫਰਮਾਉਂਦੇ ਨੇ ਦਰਗਹਿ ਲੇਖਾ ਮੰਗੀਐ, ਕੋਈ ਅੰਤ ਨਾ ਸਕੀ ਛੁਡਾਏ। ਜਿਸ ਸਮੇਂ ਮਨਮੁਖ ਮਿਲਤੂ ਹੋਵੇਗਾ, ਦਰਗਾਹ ਵਿੱਚ ਜਾਵੇਗਾ, ਮਿਲਤੂ ਹੋ ਕੇ ਦਰਗਾਹ ਵਿੱਚ ਗਿਆ, ਫਿਰ ਲੇਖਾ ਮੰਗਿਆ ਜਾਣਾ ਹੈ। ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ, ਕਿਉਂਕਿ ਬਹੀ ਦੇ ਉੱਤੇ ਲਿਖਿਆ ਜਾਂਦਾ ਹੈ ਦਿਨ ਦਾ ਹਿਸਾਬ, ਸਾਰੀ ਰਾਤ ਦਾ ਹਿਸਾਬ। ਤਬ ਅੰਤ ਨੂੰ ਜਮਦੂਤਾਂ ਤੋਂ ਤਿਸ ਨੂੰ ਕੋਈ ਛੁਡਾ ਨਹੀਂ ਸਕੇਗਾ। ਕੋਈ ਸਾਕ ਸੰਬੰਧੀ ਵੀ ਬਾਂਹ ਨਹੀਂ ਫੜੇਗਾ, ਕਿਉਂਕਿ ਸਵੈਮ ਜੋ ਕਰਮ ਕੀਤੇ ਨੇ ਮਨੁੱਖ ਨੂੰ ਸਵੈਮ ਉਹ ਭੋਗਣੇ ਪੈਂਦੇ ਨੇ, ਭਾਵੇਂ ਕੋਈ ਰਾਜਾ ਮਹਾਰਾਜਾ ਕਿਉਂ ਨਾ ਹੋਵੇ। ਭਗਤ ਕਬੀਰ ਜੀ ਮਹਾਰਾਜ ਜੀ ਦੇ ਵੀ ਬੜੇ ਸੁੰਦਰ ਬਚਨ ਨੇ। ਬਹੁ ਪਰ ਪੰਚ ਕਰ ਪਾਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੀ ਜੀ ਪੈਂਦੀ। ਮਤ ਕਪਟ ਵਿੱਚ ਪਈ, ਭਰਮ ਵਿੱਚ ਪਈ, ਇਸ ਦਾ ਹਿਸਾਬ ਤੇਰੇ ਤੋਂ ਲਿਆ ਜਾਵੇਗਾ। ਮਤ ਇਹ ਭਰਮ ਵਿੱਚ ਰਹੀ ਕਿ ਸੰਬੰਧੀ ਵੀ ਦੇਵਣਗੇ, ਕਿਉਂਕਿ ਸਵੈਮ ਤੂੰ ਜੋ ਕਰਮ ਦੇ ਬੀਜ ਬੀਜੇ ਅਵਸ਼ ਤੈਨੂੰ ਭੋਗਣੇ ਪੈਣੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ।
ਜਿਹੋ ਜਿਹਾ ਬੀਜ ਤਨ ਰੂਪੀ ਧਰਤੀ ਇਸ ਖੇਤ ਵਿੱਚ ਬੀਜੇਗਾ, ਜਿਵੇਂ ਜ਼ਿਮੀਦਾਰ ਬੀਜਦਾ ਹੈ, ਕਰਮ ਦਾ ਬੀਜ ਹੈ ਮਨੁੱਖ, ਉਹ ਵੱਢਣਾ ਅਵਸ਼ ਪਵੇਗਾ। ਆਪੇ ਬੀਜ ਆਪੇ ਹੀ ਖਾਓ, ਬੀਜਿਆ ਤੂੰ ਖਾਵੇਂਗਾ ਵੱਢੇਗਾ। ਜੋ ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ, ਕੋਈ ਅੰਤ ਨਾ ਸਕੀ ਛਡਾਏ, ਅੰਤ ਵੇਲੇ ਜਮਦੂਤਾਂ ਤੋਂ ਤੈਨੂੰ ਕੋਈ ਛਡਾ ਨਹੀਂ ਸਕੇਗਾ। ਗਲ ਵਿੱਚ ਸੰਗਲ ਪਾਏ ਹੋਵਣਗੇ, ਸਜ਼ਾਵਾਂ ਮਿਲਣਗੀਆਂ, ਬੜੇ ਦੁੱਖ ਭਿਆਨਕ ਨੇ ਨਰਕਾਂ ਦੇ। ਬਿਨ ਨਾਵੈ ਸਭ ਦੁੱਖ ਹੈ, ਦੁਖਦਾਈ ਮੋਹ ਮਾਏ। ਸੋਢੀ ਸੁਲਤਾਨ ਗੁਰਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰੂ ਉਪਦੇਸ਼ ਦਿੰਦੇ ਨੇ, ਭਾਈ ਪਿਆਰਿਓ, ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਟੰਬ ਇਹ ਸੰਬੰਧੀ ਇਹ ਦੁੱਖ ਰੂਪ ਹੀ ਨੇ। ਵਾਸਤਵ ਤੇ ਮਾਇਆ ਦਾ ਮੋਹ ਦੁਖਦਾਈ ਹੀ ਹੁੰਦਾ ਹੈ। ਵਾਸਤਵ ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਨੂੰ ਇਹ ਨਦਰੀ ਆਇਆ, ਦ੍ਰਿਸ਼ਟੀ ਆ ਗਿਆ ਗੁਰਮੁਖਾਂ ਨੂੰ। ਕੀ ਦੇਖਿਆ? ਗੁਰਮੁਖਾਂ ਨੇ ਤੱਕਿਆ, ਉਹਨਾਂ ਨੂੰ ਸੋਝੀ ਆ ਗਈ, ਕਿਉਂਕਿ ਗੁਰੂ ਦੇ ਉਪਦੇਸ਼ ਸੰਦੇਸ਼ ਨੂੰ ਸਤ ਕਰਕੇ ਮੰਨਿਆ ਕਿ ਮੇਰੇ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਤਿੰਨ ਕਾਲ ਸਤ ਹੈ, ਅਸਤ ਨਹੀਂ। ਜਿਸ ਮਾਇਆ ਰਚਤ ਸੰਬੰਧੀ ਨੇ ਕੁਟੰਬ ਪਰਿਵਾਰ ਸਾਥ ਮੋਹ ਕਰੀਦਾ ਹੈ, ਮਾਇਆ ਰਚਤ ਹੈ। ਇਹ ਅੰਤ ਨੂੰ ਸੰਪੂਰਨ ਵਿਛੜ ਜਾਂਦਾ ਹੈ, ਨਾਲ ਨਹੀਂ ਜਾਣਾ ਆਪਣੇ। ਸਾਰੇ ਸੰਬੰਧੀਆਂ ਨੇ ਵਿਛੜ ਜਾਣਾ। ਜਿਵੇਂ ਪੰਛੀ ਰਾਤ ਨੂੰ ਇੱਕ ਰੁੱਖ ਤੇ ਬਹਿੰਦੇ ਨੇ, ਪ੍ਰਭਾਤ ਹੁੰਦੀ ਉੱਡ ਜਾਂਦੇ ਨੇ ਆਪੋ ਆਪਣੀ, ਇੱਥੇ ਉਹਨਾਂ ਦਾ ਵਾਸਾ ਉੱਤੇ ਚਲੇ ਜਾਂਦੇ ਨੇ। ਕੋਈ ਕਿਤੋਂ ਦਾ ਪੰਛੀ ਬੈਠਾ, ਕੋਈ ਕਿਤੋਂ ਦਾ ਬੈਠਾ, ਰੁੱਖ ਇੱਕ ਹੈ। ਜੋ ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਨੇ, ਮਾਤ ਪਿਤਾ ਬੰਨਤਾ ਸੁਤ ਬੰਧਪ, ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਸੰਜੋਗ ਹੋਇਆ ਪੂਰਬ ਜਨਮਾਂ ਦੇ ਨਾਲ, ਦੇਣੇ ਤੇ ਲੈਣੇ ਦੇ ਸੰਬੰਧ ਹੁੰਦੇ ਨੇ, ਪਰ ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ। ਗੁਰਮੁਖ ਹੁਕਮ ਮੰਨੇ ਸਹਿ ਕੇੜਾ, ਹੁਕਮੇ ਹੀ ਸੁਖ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਗੁਰਮਤੀਆ ਗੁਰ ਸ਼ਬਦੀ, ਤਿਸ ਪਰਿਪੂਰਨ ਪਰਮਾਤਮਾ ਮੇਰੇ ਵਾਹਿਗੁਰੂ ਪਤੀ ਦਾ ਹੁਕਮ ਮੰਨਦੇ ਨੇ, ਉਹ ਸੰਸਾਰੀਆਂ ਦੀ ਜਗਤ ਦੀ ਕਨੌੜ ਅਧੀਨਗੀ ਨਹੀਂ ਰੱਖਦੇ। ਉਹਨਾਂ ਨੂੰ ਹੁਕਮ ਉਸ ਦਾਤੇ ਪਰਵਰਦਗਾਰ ਦਾ ਸਤ ਕਰਕੇ ਮੰਨਣਾ ਮੰਨਦੇ ਨੇ। ਤੇ ਭਾਣੇ ਵਿੱਚ ਤਿਨਾਂ ਨੇ ਸੁਖ ਪਾਏ ਨੇ, ਭਾਣਾ ਮੰਨੇ ਸੋ ਸੁਖ ਪਾਏ। ਜੋ ਭਾਣਾ ਮੰਨਦਾ ਉਸਦਾ ਵਾਸਾ ਸੁੱਖਾਂ ਵਿੱਚ ਹੈ। ਹੁਕਮ ਸੇਵੇ ਹੁਕਮ ਆਰਾਧੇ, ਹੁਕਮੇ ਸਮੈ ਸਮਾਏ। ਤਿਸ ਦੇ ਹੁਕਮ ਦੇ ਵਿੱਚ ਤਨ ਕਰਕੇ ਜਪਦੇ ਨੇ, ਵਾਹਿਗੁਰੂ ਨੂੰ ਸੇਵਦੇ ਨੇ ਕਿ ਹੁਕਮ ਮੇਰੇ ਗੁਰੂ ਮੁਰਸ਼ਦ ਦਾ ਹੈ। ਹੁਕਮ ਦੇ ਵਿੱਚ ਮਨ ਕਰਕੇ ਆਰਾਧਦੇ ਨੇ, ਤਨ ਤੇ ਮਨ ਕਰਕੇ, ਹੁਕਮ ਕਰਕੇ ਇਸ ਵਿੱਚ ਆਪ ਸਮਾ ਗਏ, ਜੁੜ ਗਏ ਆਪਣੇ ਦਾਸਾਂ ਨੂੰ ਇਸ ਵਿੱਚ ਸਮਾਉਂਦੇ ਨੇ, ਆਪ ਸਮਾਏ, ਉਹਨਾਂ ਦੇ ਦਾਸ ਵੀ ਜੁੜ ਗਏ। ਹੁਕਮ ਵਦਤ ਨੇਮ ਸੋਚ ਸੰਜਮ, ਮਨ ਚਿੰਦਿਆ ਬਲ ਪਾਏ। ਹੁਕਮ ਰੂਪ ਵਰਤ ਨੇਮ ਸੋਚ ਸੰਜਮ ਆਦਿ ਕਰਕੇ ਤਿਨਾਂ ਨੇ ਮਨ ਨਿਸ਼ਚਿਤ ਫਲ ਪਾ ਲਏ, ਕਿਉਂਕਿ ਹੁਕਮ ਮੰਨਿਆ ਹੈ। ਸਦਾ ਸੁਹਾਗਣ ਜੇ ਹੁਕਮ ਬੁਝੈ, ਸਤਿਗੁਰ ਸੇਵੈ ਲਿਵ ਲਾਏ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ
ਭਾਈ ਉਹ ਸਦਾ ਸੁਹਾਗਣੀ ਸੁਹਾਗਵੰਤੀ ਨਾਰ ਜੋ ਤਿਸ ਵਾਂਗੇ ਗੁਰੂ ਦੇ ਹੁਕਮ ਨੂੰ ਸਮਝ ਕੇ ਸਤਿਗੁਰੂ ਵਿੱਚ ਚਿੱਤ ਦੀ ਬਿਰਤੀ ਲਾ ਕੇ ਜਪਦੀ ਹੈ। ਨੂੰ ਸੁਹਾਗਵੰਤੀ ਨਾਰ ਆਖਿਆ ਜਿਹਨੇ ਹੁਕਮ ਦੀ ਤਾਮੀਲ ਕੀਤੀ, ਹੁਕਮ ਨੂੰ ਸਤ ਕਰਕੇ ਮੰਨਿਆ। ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲੈ ਮਲਾਏ। ਜਿਨ੍ਹਾਂ ਪਰ ਵਾਹਿਗੁਰੂ ਆਪਣੀ ਕਿਰਪਾ ਬਖਸ਼ਿਸ਼ ਕਰਦਾ ਹੈ ਤਿਨਾਂ ਨੂੰ ਹੁਕਮ ਆਪਣੇ ਹੁਕਮ ਵਿੱਚ ਮਿਲਾ ਲੈਂਦਾ ਹੈ। ਮਨ ਮੁਖ ਹੁਕਮ ਨਾ ਬੁਝੈ ਬਪੜੀ ਨਿਤ ਹੋਮੈ ਕਰਮ ਕਮਾਏ। ਸ੍ਰੇਟੀ ਵਿਚਾਰੀ ਹੁਕਮ ਨੂੰ ਬੁੱਝਦੀ ਨਹੀਂ, ਕਿਉਂਕਿ ਮਨ ਮੁਖਤਾ ਵਿੱਚ ਵਿਚਰਦੀ ਹੈ। ਮਨ ਦੀ ਮਤ ਤੇ ਸਿਆਣਪ ਕਿ ਅਸੀਂ ਬੜੇ ਚਤਰ ਬੁੱਧੀਮਾਨ ਆਦਿਕ ਹਾਂ, ਗੁਰ ਸ਼ਬਦੀ ਗੁਰਮਤੀਏ ਨਹੀਂ ਬਣੇ। ਗੁਰੂ ਦੇ ਸਿਧਾਂਤ ਗੁਰੂ ਦੇ ਉਪਦੇਸ਼ ਸੰਦੇਸ਼ ਨੂੰ ਵਿਚਾਰਿਆ ਨਹੀਂ, ਤਤ ਨਹੀਂ ਕੱਢਿਆ, ਉਹ ਮਨਮੁਖ। ਇਹ ਸ੍ਰੇਟੀ ਵਿਚਾਰੀ ਹੁਕਮ ਨਹੀਂ ਬੁੱਝਦੀ, ਨੈਤੀ ਹੀ ਹਉਮੈ ਵਿੱਚ ਕਰਮਾਂ ਨੂੰ ਕਰਦੀ ਕਿ ਮੈਂ ਕੀਤਾ ਮੈਂ ਕਰਾਂਗਾ ਮੈਂ ਕਰ ਰਿਹਾ। ਹਉਮੈ ਇਹੀ ਹੈ, ਹਉਮੈ। ਬਸ ਜਿੱਥੇ ਹਉਮੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ। ਸਤਿਗੁਰਾਂ ਦੇ ਪਾਵਨ ਬਚਨ ਨੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਤੇ ਹਉਮੈ ਉੱਥੇ ਨਾਮ ਨਹੀਂ, ਜਿੱਥੇ ਨਾਮ ਪਰਮੇਸ਼ਰ ਦਾ ਉੱਥੇ ਹਉਮੈ ਵੀ ਨਹੀਂ ਹੈ। ਜੋ ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ, ਵਾਰਤ ਨੇਮ ਸੋਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ। ਵਾਰਤ ਨੇਮ ਸੋਚ ਸੰਜਮ ਆਦਿਕ ਪਖੰਡ ਸਹਿਤ ਕਰਿਆ ਅੰਦਰੋਂ ਭਰਮ ਨਹੀਂ ਜਾਂਦਾ। ਜੇ ਦੰਭ ਤੇ ਪਖੰਡ ਵਿੱਚ ਇਹ ਕਰਮ ਕਰੀਏ ਭਰਮ ਦੀ ਨਿਵਰਤੀ ਨਹੀਂ ਹੋਣੀ ਆਪਣੀ। ਅੰਤਰੋਂ ਕੋ ਸੁਧ ਮਾਇਆ ਮੋਹਿ ਬੇਦੇ ਜਿਉ ਹਸਤੀ ਸ਼ਾਰ ਉਡਾਏ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਭਾਈ ਪਿਆਰਿਓ, ਅੰਤਰੋਂ ਕੋ ਸੁਧ ਮਾਇਆ ਮੋਹਿ ਬੇਦੇ ਜਿਉ ਹਸਤੀ ਸ਼ਾਰ ਉਡਾਏ। ਕਿਉਂਕਿ ਉਹ ਮਨਮੁਖ ਅੰਤਰ ਤੋਂ ਪਾਪਾਂ ਕਰਕੇ ਮੈਲੇ ਨੇ, ਕਸੁੱਧ ਨੇ, ਮਾਇਆ ਮੋਹ ਦੇ ਵਿਧੇ ਹੋਏ ਨੇ। ਜਿਸ ਪ੍ਰਕਾਰ ਪਾਤਸ਼ਾਹ ਫਰਮਾਉਂਦੇ ਨੇ, ਹਸਤੀ ਗੱਜ ਇਸ਼ਨਾਨ ਕਰਕੇ ਬਾਹਰ ਨਿਕਲਿਆ, ਬਾਹਰ ਆ ਕੇ ਛਾਲ ਧੂੜੀ ਉੱਪਰ ਪਾ ਲਈ, ਰੇਤ ਪਾ ਲਈ ਉੱਤੇ, ਤੈਸੇ ਉਹ ਬਾਹਰ ਸੇ ਕਰਮ ਕਰਕੇ ਪਾਪਾਂ ਰੂਪੀ ਖੇ ਉਡਾਉਂਦੇ ਨੇ। ਫਿਰ ਬਾਹਰ ਤੋਂ ਕਰਮ ਕਰਕੇ ਉਹ ਮਨਮੁਖਾਂ ਦੀ ਐਸੀ ਹਾਲਤ ਹੁੰਦੀ ਹੈ। ਜੇਨੇ ਉਪਾਏ ਤਿਸੈ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ। ਜਿਸ ਪਰਿਪੂਰਨ ਪਰਮਾਤਮਾ ਨੇ ਇਸ ਜੀਵ ਨੂੰ ਸਾਜਿਆ, ਜਗਤ ਸੁੰਦਰ ਨੂੰ ਰਚਿਆ, ਤੇ ਇਸ ਨੂੰ ਜਪਦੇ ਨੇ। ਤੇ ਸਵਾਹੇ ਗੁਰੂ ਦੇ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਭਾਈ ਮਨਮੁਖ ਕਿਵੇਂ ਸੁਖ ਪਾਵੇਗਾ? ਨਹੀਂ ਪਾਉਂਦਾ। ਨਾਨਕ ਪਰ ਪੰਜ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਕਰਤਾ ਪੁਰਖ ਮੇਰੇ ਵਾਹੇ ਗੁਰੂ ਨੇ ਆਦਿ ਤੋਂ ਪਰਪੰਚ ਕੀਤਾ, ਕਿਸੇ ਦਾ ਪੂਰਬਲਾ ਲਿਖਿਆ ਹੋਇਆ ਇਹ ਕਮਾਉਂਦੇ ਨਹੀਂ, ਕਰਦੇ ਨੇ। ਭਾਵੇਂ ਸਭ ਤਿਸ ਵਾਹੇ ਗੁਰੂ ਦੇ ਅਧੀਨ ਹੈ। ਗੁਰਮੁਖ ਪ੍ਰਤੀਤ ਭਈ ਮਨ ਮਾਨਿਓ ਅਨ ਦਿਨ ਸੇਵਾ ਕਰਤ ਸਮਾਏ। ਗੁਰਮੁਖਾਂ ਦਾ ਪਰਮੇਸ਼ਰ ਮੇਰੇ ਵਾਹਿਗੁਰੂ ਵਿੱਚ ਮਨ ਮੰਨਿਆ, ਮਨ ਪਤੀ ਆਇਆ। ਮਨ ਮੰਨਿਆ ਹੋਇਆ ਦੇਖ ਕੇ ਸਤਿਗੁਰੂ ਵਿੱਚ ਸਿੱਖਾਂ ਦੀ ਵੀ ਪ੍ਰਤੀਤ ਭਈ। ਸਿੱਖਾਂ ਦਾ ਮਨ ਦਿਨ ਰਾਤ ਸੇਵਾ ਕਰਦਿਆਂ ਹੋਇਆ, ਟਹਿਲ ਕਰਦਿਆਂ ਹੋਇਆ ਸਤਿਗੁਰੂ ਵਿੱਚ ਮਿਲ ਗਿਆ। ਅੰਤਰ ਸਤਿਗੁਰੂ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੈ ਸਭ ਆਏ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਭਾਈ
सतगुरु दे अंतर सर्ब ते वड्डा परमेश्वर तरलोकी दा मालक आप बैठा है। ते सतगुरु दा दर्शन आके सब देखते ने करते ने, सर्व ही तिन्हां दे चरणां नूं पूजते ने मनते ने। मनी है सतगुर परम विचारी, जित मिले तिसना भुख सब जाए। पातशाह फरमाउंदे ने परम विचार दे देण हारे सतगुरु नूं सदा मनीए पूजीए भाई, जिन्हां दे मिलिया सब जगत दी आशनावां वासनावां दी भुख दूर हो जाती है। कोई पदार्थां दी भुख नहीं रहिंदी, गुरु नूं मन्निया गुरु नूं सेविया। हो सदा सदा बलिहारी गुर आपने, जो प्रभ सच्चा दे मिलाए। पातशाह फरमाउंदे ने हो सदा सदा बलिहारी गुर आपने, जो प्रभ सच्चा दे मिलाए। जो सच्चा प्रभु मिला दिंदे ने, मैं तेने अपने सतगुरु पर मन तन करके सदा बलिहार जांदा हां। नानक करम पाया तिन सच्चा, जो गुर चरणी लगे आए। जो सतगुरु दे चरणां विच आ लगे ने, तिन्हां ने भागां करके सच्चा वाहिगुरु पाया है। जिन पिरिया सोनियो से सज्जन मैं नाल, जिस पति सज्जन साथ मेरा प्रेम प्रतीत है मेरे वाहिगुरु मुर्शद दे नाल, सो सज्जन मेरा वाहिगुरु मेरे साथ है। अंतर बाहर हो बेरा पीर दे रखो संभाल। मैं अंदर बाहर फिरदा होया भी मैं तिसनूं इहदे विच संभाल रखदा हां। जिन्ना एक मन एक चित ते आया, सतगुर सौ चित लाए। जिन्हां ने एकागर मन हो के सतगुरु दे साथ चित ला के एक चेतन नूं ध्याया, एक वाहिगुरु नूं जपिया। तिन की दुख भुख हो मैं वड्डा रोग गया, निर दुख भये लिवलाए। तिन्हां दी भुख चली गई, दुख संयुक्त होमे दा वड्डा रोग भी दूर हो गया। कि नाम विच बिरती ला के सर्व दुखां तो रहत हो गए। गुण गावे गुण उचरे, गुण मैं सवै समाए। पातशाह फरमाउंदे ने ਉਹ ਵਾਹਿਗੁਰੂ ਦੇ ਭਾਈ ਗੁਣਾਂ ਨੂੰ ਰਾਗਾਂ ਵਿੱਚ ਗਾਉਂਦੇ ਨੇ, ਸੱਚੇ ਦੀ ਯਾਦ ਚਿੰਤਨ ਵਿੱਚ ਜੁੜੇ ਹੋਏ, ਗੁਣਾਂ ਨੂੰ ਹੀ ਬਚਨਾਂ ਦੁਆਰੇ ਉਚਾਰਨ ਕਰਦੇ ਨੇ। ਆਪ ਗੁਣਾਂ ਵਿੱਚ ਸਮਾ ਗਏ, ਔਰਾਂ ਨੂੰ ਤਿੰਨਾਂ ਵਿੱਚ ਸਥਿਤੀ ਕਰ ਦਿੰਦੇ ਨੇ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਪਾਤਸ਼ਾਹ ਫਰਮਾਉਂਦੇ ਨੇ ਪੂਰੇ ਗੁਰੂ ਤੇ ਜਿਨ੍ਹਾਂ ਨੇ ਉਪਦੇਸ਼ ਪਾਇਆ, ਕਿਉਂਕਿ ਗੁਰੂ ਸਮਰੱਥ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਹੈ, ਤੇ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਪਾ ਲਿਆ ਮੰਨ ਲਿਆ, ਤੇ ਇਹਨਾਂ ਨੂੰ ਸੁਤੇ ਹੀ ਪ੍ਰਭੂ ਆ ਪ੍ਰਾਪਤ ਹੋਇਆ। ਮਨ ਮੁਖ ਮਾਇਆ ਮੋਹ, ਨਾਮ ਨਾ ਲੱਗੈ ਪਿਆਰ। ਜੋ ਮਨਮੁਖ ਨੇ ਭਾਈ ਸਾਖਤ ਪੁਰਸ਼, ਉਹਨਾਂ ਦਾ ਮੋਹ ਮਾਇਆ ਵਿੱਚ ਹੁੰਦਾ ਹੈ, ਕਿਉਂਕਿ ਨਾਮ ਵਿੱਚ ਉਹ ਪਿਆਰ ਨਹੀਂ ਲੱਗਦਾ ਉਹਨਾਂ ਦਾ, ਨਾਮ ਨੂੰ ਚਿੰਤਨ ਨਹੀਂ ਕਰਦੇ, ਕਿਉਂਕਿ ਮਾਇਆ ਵਿੱਚ ਹੀ ਦਿਨ ਰਾਤ ਗ੍ਰਸੇ ਹੋਏ ਨੇ। ਜੋ ਪਾਤਸ਼ਾਹ ਗੁਰਦੇਵ ਦੇ ਬਚਨ ਵੀ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਕੂੜ ਕਮਾਵੈ ਕੂੜ ਸੰਗ ਰਹਿ, ਕੂੜ ਕਰੈ ਆਹਾਰ। ਝੂਠ ਨੂੰ ਕੀ ਕਰਦੇ ਨੇ ਮਨਮੁਖ, ਮਾਵਣਾ ਝੂਠ ਦਾ ਵਣਜ ਮਨਮੁਖ ਕਰਦੇ ਨੇ। ਝੂਠ ਨੂੰ ਹੀ ਸੰਚਨ ਕਰਦੇ ਨੇ, ਝੂਠ ਦਾ ਸਹਾਰਾ ਲੈਂਦੇ ਨੇ ਮਨਮੁਖ, ਝੂਠ ਬੋਲ ਕੇ ਝੂਠ ਦਾ ਹੀ ਆਖਾਰ ਕਰਦੇ ਨੇ।
ਭਾਵ ਸਰਬ ਸਮੇਂ ਮਨਮੁਖ ਝੂਠ ਬੋਲਦੇ ਨੇ। ਦੇਖ ਮਾਇਆ ਧਨ ਸੰਚ ਮਰਹੀ, ਅੰਤ ਹੋਏ ਸਭ ਸਾਰ। ਦੇਖ ਰੂਪ ਧਨ ਨੂੰ, ਕਿਉਂਕਿ ਧਨ ਇਸ ਮਾਇਆ ਨੂੰ ਜ਼ਹਿਰ ਵਤ ਆਖਿਆ ਪਾਤਸ਼ਾਹ ਨੇ, ਵਿਖ ਜ਼ਹਿਰ ਨੂੰ ਕਹਿੰਦੇ ਨੇ। ਦੇਖ ਮਾਇਆ ਧਨ ਸੰਚ ਮਰਹੀ, ਅੰਤ ਹੋਏ ਸਭ ਸਾਰ। ਦੇਖ ਰੂਪ ਧਨ ਨੂੰ ਛਲ ਕੇ ਸੰਚਨ ਕਰਕੇ ਫਿਰ ਮਰ ਜਾਂਦੇ ਨੇ, ਭਾਵ ਜ਼ਹਿਰ ਵਤ ਮਾਇਆ ਨੂੰ ਛਲ ਫਰੇਬ ਕਰਕੇ ਛਲਦੇ ਨੇ ਜਗਤ ਤੋਂ। ਭੇਖ ਦਿਖਾ ਕੇ ਮਾਇਆ ਲੈਂਦੇ ਨੇ, ਉਹ ਅੰਤ ਨੂੰ ਛਾਲ ਹੋ ਜਾਂਦੀ ਹੈ, ਮਾਇਆ ਸਾਥ ਨਹੀਂ ਜਾਂਦੀ। ਕਰਮ ਧਰਮ ਸੋਚ ਸੰਜਮ ਕਰੇ, ਅੰਤਰ ਲੋਭ ਵਿਕਾਰ। ਬਾਹਰ ਸੋਚ ਸੰਜਮ ਆਦਿ ਕਰਮ ਧਰਮ ਕਰਦੇ ਨੇ ਭਾਈ, ਤੇ ਇਹਨਾਂ ਦੇ ਹਿਰਦੇ ਅੰਦਰ ਲੋਭ ਆਦਿਕ ਵਿਕਾਰ ਨੇ। ਨਾਨਕ ਮਨ ਮੁਖ ਜੇ ਕਮਾਵੈ, ਸੋ ਥਾਈ ਨਾ ਪਵੈ ਦਰ ਗਏ ਹੋਏ ਗੁਆਰ। ਪਾਤਸ਼ਾਹ ਫਰਮਾਉਂਦੇ ਨੇ, ਜੋ ਮਨਮੁਖ ਕਰਮ ਕਰਦੇ ਨੇ ਜਗਤ ਵਿੱਚ ਭਾਈ, ਉਹਨਾਂ ਦੇ ਕੀਤੇ ਕਰਮ ਥਾਂ ਨਹੀਂ ਪੈਂਦੇ, ਸਫਲ ਨਹੀਂ ਹੁੰਦੇ ਉਹ ਕਰਮ। ਉਹ ਮਨਮੁਖ ਅੰਤ ਨੂੰ ਪਰਲੋਕ ਵਿੱਚ ਖੁਆਰ ਹੋਵਣਗੇ, ਦਰਗਾਹ ਵਿੱਚ ਫਿਰ ਸਜ਼ਾਵਾਂ ਮਿਲਣਗੀਆਂ ਨਰਕਾਂ ਦੀਆਂ ਮਨਮੁਖਾਂ ਨੂੰ। ਪਾਤਸ਼ਾਹ ਗੁਰਦੇਵ ਅੱਗੇ ਬੇਨਤੀ ਕੀਤੀ, ਗਰੀਬ ਨਵਾਜ ਸਤਿਗੁਰੂ, ਕਿਹੜਾ ਰਾਗ ਭਲਾ ਹੈ ਚੰਗਾ ਹੈ? ਰਾਗ ਗਾਵਣੇ ਦੀ ਉਸਤਤੀ ਕੀਤੀ। ਪੁੱਛਿਆ, ਫਿਰ ਪਾਤਸ਼ਾਹ ਬਚਨ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ, ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜਿਤ ਵਸਿਓ ਮਨ ਆਏ। ਕਿ ਭਾਈ ਸੰਪੂਰਨ ਰਾਗਾਂ ਵਿੱਚ, ਭਾਵ 6 ਰਾਗਾਂ ਵਿੱਚ ਸੇ ਸੋਈ ਰਾਗ ਭਲਾ ਹੈ, ਜਿਸ ਰਾਗ ਕਰਕੇ ਪਰਮੇਸ਼ਰ ਵਿੱਚ ਮਨ ਵਸ ਜਾਵੇ, ਜਿਸ ਰਾਗ ਕਰਕੇ ਮਨ ਸੱਚੇ ਦੀ ਯਾਦ ਚਿੰਤਨ ਵਿੱਚ ਜੁੜ ਜਾਵੇ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਪਾਤਸ਼ਾਹ ਫਰਮਾਉਂਦੇ ਨੇ, ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਜਿਸ ਰਾਗ ਨਾਦ ਕਰਕੇ ਵਾਹਿਗੁਰੂ ਵਿੱਚ ਆਪਣਾ ਮਨ ਵਸ ਜਾਵੇ, ਮਨ ਜੁੜ ਜਾਵੇ ਸੱਚੇ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ, ਉਹ ਰਾਗ ਬਜੰਤ ਸਭ ਸਫਲ ਨੇ ਭਾਈ। ਪਾਤਸ਼ਾਹ ਬਚਨ ਕਹਿੰਦੇ ਨੇ, ਦੀ ਕੀਮਤ ਵੀ ਕਹੀ ਨਹੀਂ ਜਾਂਦੀ। ਰਾਗ ਨਾਦ ਬਾਹਰਾ, ਇੰਨੀ ਹੁਕਮ ਨਾ ਬੂਝਿਆ ਜਾਏ। ਰਾਗ ਨਾਦ ਤੋਂ ਬਿਨਾਂ ਇਹਨਾਂ ਜੀਵਾਂ ਤੋਂ ਵਾਹਿਗੁਰੂ ਦਾ ਹੁਕਮ ਸਮਝਿਆ ਨਹੀਂ ਜਾਂਦਾ। ਨਾਨਕ ਹੁਕਮ ਬੂਝੈ ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ। ਜੋ ਪੁਰਸ਼ ਹੁਕਮ ਵਿੱਚ ਨੂੰ ਸਮਝਦੇ ਨੇ, ਬੁੱਝਦੇ ਨੇ, ਤਿਨਾਂ ਦਾ ਰਾਗ ਗਾਵਿਆ ਹੋਇਆ ਸੱਚਾ ਹੁੰਦਾ ਕਿ ਤਿਨਾਂ ਨੇ ਸਤਿਗੁਰੂ ਤੋਂ ਸੋਝੀ ਪਾਈ, ਵਡਿਆਈਆਂ ਲਈਆਂ। ਸਭ ਕਿਛ ਤਿਸ ਤੇ ਹੋਇਆ, ਜਿਉ ਤਿਸ ਧੀਰ ਜਾਏ। ਸਭ ਕੁਝ ਤਿਸ ਵਾਹਿਗੁਰੂ ਤੋਂ ਉਤਪੰਨ ਹੋਇਆ ਹੈ ਭਾਈ। ਸਾਜਣ ਵਾਲਾ ਮੇਰਾ ਵਾਹਿਗੁਰੂ ਗੁਰੂ ਨਾਨਕ ਹੈ। ਜਿਸ ਪ੍ਰਕਾਰ ਤੇ ਦੀ ਰਜਾ ਹੁੰਦੀ ਹੈ, ਤਿਸੀ ਪ੍ਰਕਾਰ ਹੀ ਵਰਤਦਾ ਹੈ ਜਗਤ ਵਿੱਚ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਗਾਏ। ਸਤਿਗੁਰੂ ਵਿੱਚ ਨਾਮ ਰੂਪ ਅੰਮ੍ਰਿਤ ਹੈ ਭਾਈ। ਤਿਸ ਅੰਮ੍ਰਿਤ ਨਾਮ ਨੂੰ ਆਪ ਜਪਦੇ ਨੇ, ਔਰਾਂ ਨੂੰ ਜਪਾਉਂਦੇ ਨੇ। ਗੁਰਮਤਿ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਗੁਰਮਤੀਆਂ ਨੂੰ ਨਿਰਮਲ ਨਾਮ ਮਿਲਦਾ, ਜੋ ਗੁਰੂ ਦੀ ਮੱਤ ਵਰਤਣ ਵਾਲੇ। ਗੁਰ ਸ਼ਬਦੀ ਗੁਰਮਤੀਏ ਗੁਰੂ ਵਾਲੇ ਬਣ ਗਏ। ਟੇਕ ਗੁਰੂ ਨਾਨਕ ਦੀ ਲੈ ਲਈ, ਇਸ ਨਾਮ ਨੂੰ ਧਿਆ ਕੇ ਭਾਈ ਉਹ ਨਿਰਮਲ ਹੋ ਜਾਂਦੇ ਨੇ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ।
जो तत् ਸਰੂਪ ਦੇ ਉਪਦੇਸ਼ ਦੀ ਅੰਮ੍ਰਿਤ ਬਾਣੀ ਹੈ, ਸੋ ਸਤਿਗੁਰੂ ਦੁਆਰਾ ਮਨ ਵਿੱਚ ਆ ਵਸਦੀ। ਜਿਨ੍ਹਾਂ ਦੇ ਮਨ ਵਿੱਚ ਵਸੀ ਤਿਨਾਂ ਨੂੰ ਜੋ ਫਲ ਹੈ, ਜੋ ਪਾਤਸ਼ਾਹ ਬਚਨ ਕਹਿੰਦੇ ਨੇ, ਖਿਰਦੈ ਕਮਲ ਪਰ ਗਾਸਿਆ ਜੋਤੀ ਜੋਤ ਮਿਲਾਏ। ਤਿਨਾਂ ਦਾ ਹਿਰਦਾ ਕਮਲਵਤ ਪ੍ਰਕਾਸ਼ਵਾਨ ਹੋਇਆ, ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ ਹੈ, ਜੋ ਸੂਰਜ ਉਦੇ ਹੁੰਦਾ ਹੈ। ਅਤੇ ਤਿਨਾਂ ਨੂੰ ਜੋਤੀ ਨੇ ਆਪਣੀ ਜੋਤ ਵਿੱਚ ਆਪ ਮਿਲਾ ਲਿਆ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਬਖਸ਼ੀਸ਼ਾਂ ਹੁੰਦੀਆਂ ਨੇ। ਨਾਨਕ ਸਤਿਗੁਰ ਤਿਨ ਕੋ ਮਿਲਿਓਨ, ਜਿਨ ਤੁਰ ਮਸਤਕ ਭਾਗ ਲਖਾਏ। ਤਿਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰੂ ਮਿਲਾਇਆ, ਕਿਉਂਕਿ ਗੁਰੂ ਵੀ ਇੰਝ ਨਹੀਂ ਮਿਲ ਜਾਂਦਾ। ਉਸ ਦਾਤੇ ਮੇਰੇ ਪਰਵਦਗਾਰ ਦੀ ਭਾਈ ਬਖਸ਼ਿਸ਼ ਰਹਿਮਤ ਹੋਵੇ, ਕਿਰਪਾ ਹੋਵੇ, ਫਿਰ ਪੂਰਨ ਗੁਰੂ ਮਿਲਦਾ ਹੈ। ਜਿਨ੍ਹਾਂ ਨੇ ਆਦ ਤੋਂ ਮਸਤਕ ਪਰ ਉਤੋਂ ਭਾਗ ਲਿਖਿਆ ਸੀ ਕਿ ਗੁਰੂ ਮਿਲੇਗਾ, ਬਖਸ਼ੀਸ਼ਾਂ ਹੋਵਣਗੀਆਂ। ਅੰਦਰ ਤਿਸਨਾ ਅੱਗ ਹੈ, ਮਨ ਮੁਖ ਭੁੱਖ ਨਾ ਜਾਏ। ਮਨ ਮੁਖਾਂ ਦੇ ਅੰਦਰ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦੀ ਪ੍ਰਜੁਲਤ ਅਗਨੀ ਹੈ, ਅਤੇ ਤਿਨਾਂ ਹਿਰਦੇ ਤੋਂ ਪਦਾਰਥਾਂ ਦੀ ਭੁੱਖ ਨਹੀਂ ਜਾਂਦੀ। ਮੋਹ ਕੁਟੰਬ ਸਭ ਕੂੜ ਹੈ, ਕੂੜ ਲਿਆ ਲਪਟਾਏ। ਆਨੰਦ ਨ ਚਿੰਤਾ ਚਿੰਤ ਵੈ ਚਿੰਤਾ ਵਧਾਇਆ। ਇਹ ਸੰਪੂਰਨ ਕੁਟੰਬ ਦਾ ਮੋਹ ਝੂਠਾ, ਤੇ ਸੀ ਝੂਠ ਵਿੱਚ ਮਨਮੁਖ ਲਪਟਾ ਰਿਹਾ। ਦਿਨ ਰਾਤ ਚਿੰਤਾ ਹੀ ਚਿਤਵਨ ਕਰਦਾ ਹੈ। ਚਿੰਤਾ ਚਿਖਾ ਸਮਾਨ, ਕਿਉਂਕਿ ਚਿੰਤਾ ਚਿਖਾ ਦੇ ਸਮਾਨ। ਚਿੰਤਾ ਤਦ ਹੋਇਆ ਮਨੁੱਖ ਦਿਨ ਰਾਤ ਕਲਪਦਾ ਹੈ, ਅਸ਼ਾਂਤ ਹੈ, ਸ਼ਾਂਤੀ ਵਿੱਚ ਨਹੀਂ। ਪਾਤਸ਼ਾਹ ਸੋਢੀ ਸੁਲਤਾਨ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਪਿਆਰਿਓ, ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ। ਇਹ ਸੰਪੂਰਨ ਜੋ ਸੰਬੰਧੀ ਨੇ ਪਰਿਵਾਰ, ਇਹ ਮੋਹ ਹੈ, ਇਹ ਝੂਠਾ ਮੋਹ ਹੈ। ਤੇ ਝੂਠ ਵਿੱਚ ਜੋ ਮਨਮੁਖ ਲੰਪਟ ਹੋ ਜਾਂਦਾ ਹੈ, ਦਿਨ ਰਾਤ ਚਿੰਤਾ ਤੁਰ ਹੋਇਆ, ਚਿੰਤਾ ਵਿੱਚ ਰਹਿੰਦਾ ਹੈ। ਅੰਤ ਨੂੰ ਚਿੰਤਾ ਦੇ ਸੰਯੁਕਤ ਹੋਇਆ, ਚਿੰਤਾ ਤੁਰ ਹੀ ਮ੍ਰਿਤੂ ਹੋ ਜਾਂਦਾ ਹੈ। ਤੋ ਚਿੰਤਾ ਤਦ ਹੋਇਆ, ਮ੍ਰਿਤੂ ਹੋ ਗਿਆ, ਤੇ ਜਮਦੂਤਾਂ ਨੇ ਸੰਗਲਾਂ ਨਾਲ ਬੰਨ੍ਹ ਲਿਆ, ਪਰਲੋਕ ਨੂੰ ਚਲਾ ਜਾਂਦਾ ਹੈ। ਤੇ ਜੈਸੀ ਵਾਸ਼ਨਾ ਵੈਸਾ ਜੂਨੀ ਵੈਸੀ ਮਿਲ ਜਾਂਦੀ ਹੈ। ਕਿ ਜੇ ਪਰਮੇਸ਼ਰ ਦਾ ਨਾਮ ਜਪਿਆ ਹੀ ਨਹੀਂ, ਟਹਿਲ ਬੰਦਗੀ ਨਹੀਂ ਕੀਤੀ, ਚਿੰਤਾ ਵਿੱਚ ਡੁੱਬਿਆ ਰਿਹਾ, ਦਿਨ ਰਾਤ ਮ੍ਰਿਤੂ ਹੋ ਗਿਆ, ਤੇ ਜਨਮ ਵੀ ਵੈਸੇ ਪੈਂਦੇ ਨੇ। ਤੇ ਸਜ਼ਾਵਾਂ ਤੇ ਦੁੱਖ ਜਮਦੂਤਾਂ ਦੇ ਵਸ ਪਿਆ, ਦੁੱਖ ਹੀ ਪਾਉਂਦਾ, ਫਿਰ ਸੁੱਖ ਨਸੀਬ ਨਹੀਂ ਹੁੰਦਾ। ਜਮਣ ਮਣ ਨਾ ਚੁਕਾਈ, ਹੋ ਮੈਂ ਕਰਮ ਕਮਾਏ। ਗੁਰ ਸਰਣਾਈ ਉਬਰੈ, ਨਾਨਕ ਲੈ ਛੜਾਏ। ਤੇ ਇਸ ਮਨਮੁਖ ਦੇ ਖੋਮੇ ਕਰਮ ਕਮਾਉਂਦਿਆਂ ਭਾਈ ਜਨਮ ਤੇ ਮਰਨ ਫਿਰ ਦੂਰ ਨਹੀਂ ਹੁੰਦਾ। ਅਨੇਕਾਂ ਜਨਮਾਂ ਵਿੱਚ ਪੈ ਜਾਂਦਾ ਹੈ, ਕਦੇ ਕੁਝ ਬਣਦਾ, ਕਦੇ ਕੁਝ ਬਣਦਾ। ਸਤਿਗੁਰੂ ਦੀ ਸ਼ਰਨਾਗਤ ਹੋਣ ਤੇ ਸੋ ਮਨਮੁਖ ਬਚ ਜਾਂਦੇ ਨੇ, ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰ ਸ਼ਬਦੀ ਗੁਰਮਤੀਆ ਹੋਵੇ, ਫਿਰ ਬਚ ਜਾਂਦੇ ਨੇ। ਕਿਉਂਕਿ ਸਤਿਗੁਰੂ ਇਸ ਨੂੰ ਬੰਧਨਾਂ ਤੋਂ ਛੁਡਾ ਲੈਂਦੇ ਨੇ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ। ਕਿਉਂਕਿ ਬੰਧਨ ਟੁੱਟਦੇ ਨੇ ਜਦੋਂ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨੇਟੀ ਗੁਰੂ ਦਾ ਸੰਗ ਹੋਵੇ, ਪੂਰੇ ਦਾ ਹੋਵੇ। ਜੋ ਪਾਤਸ਼ਾਹ ਬਚਨ ਕਹਿੰਦੇ ਨੇ, ਸਤਿਗੁਰ ਪੁਰਖ ਹਰਿ ਧਿਆਇਂਦਾ, ਸਤ ਸੰਗਤ ਸਤਿਗੁਰ ਪਾਏ।
सतगुरु द्वारा समर्थ गुरु की संगत करिया वह पुरुष वाहिगुरु का ध्यान करता है। जिसका सतगुरु की संगत साथ नेहो है, बख्शीशा होंदियां ने उस जन ते। सत संगत सतगुर सेवंद हर मेले गुर मिलाए। पातशाह बचन कहते ने भाई प्यारिओ, ਉਹ ਪੁਰਸ਼ सत संगत ਵਿੱਚ ਜਾ ਕੇ सतगुरु ਨੂੰ ਜਪਦਾ ਗੁਰ ਸ਼ਬਦੀ ਗੁਰਮਤੀਆ। ਉਹ ਜਨ ਖਰੀ ਨੇ ਗੁਰੂ ਸਾਥ ਮਿਲਾ ਕੇ ਆਪਣੇ ਵਿੱਚ ਮਿਲਾ ਲਿਆ, ਇੱਕ ਹੋ ਗਏ। ਇਹੋ ਭਉ ਜਲ ਜਗਤ ਸੰਸਾਰ ਹੈ, ਗੁਰ ਬੋਹਤ ਨਾਮ ਤਰਾਏ। ਜੰਮਣਾ ਤੇ ਮਰਨਾ ਇਹ ਭੈ ਰੂਪ ਜਲ ਦਾ ਜੋ ਇਹ ਸੰਸਾਰ ਸਮੁੰਦਰ ਹੈ, ਜਨਮ ਹੈ ਫਿਰ ਮਰਨ ਵੀ ਹੈ। ਤੇ ਸਤਿਗੁਰੂ ਨਾਮ ਰੂਪੀ ਜਹਾਜ਼ ਦੇ ਆਸਰੇ ਜੀਵਾਂ ਨੂੰ ਤਾਰ ਲੈਂਦੇ ਨੇ। ਜੇ ਜਗਿਆਸੂ ਗੁਰੂ ਦੇ ਲੜ ਲੱਗ ਜਾਵੇ, ਨਾਮ ਜਪੇ ਤੇ ਜੰਮਣ ਮਰਨ ਵਿੱਚ ਨਹੀਂ ਪੈਂਦਾ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। पातशाह बचन कहते ने गुरु रामदास महाराज जी, गुर सिक्खी भाणा मन्निया, गुर पूरा पार लंघाए। जिन भाई गुरु दे सिखा ने गुरमतियां गुर शब्दियां ने, उस परमेश्वर मेरे गुरु नानक दा भाणा मिठा करके मन लिया। ते इन्हां नूं पूरे सतगुरु इस भै दा एक जो समुंदर है कठन पार लंघा दिंदे ने और बख्शीशा करते हैं, आप बाह फटते हैं। उस परिपूर्ण परमात्मा अगे इस तरह बेनती अरदास करिए भाई, गुर सिखा की हर धूड़ दे, हम पापी भी गत पाए। पातशाह गुरु रामदास महाराज उपदेश दिंदे ने, भाई प्यारिओ उस परिपूर्ण परमात्मा गुरु नानक अगे अरदास करया करो, गुर सिखा की हर धूड़ दे, हम पापी पी गत पाखे। हे मेरे परवरगार मेरे वाहिगुरु, सानू तेन भाणा मनने वालियां जिन्हां ने तेरा भाणा मिठा करके मन्निया, उन्हां गुरसिखां दे चरनां दी धूड़ी बख्श पातशाह, ते असी पापी भी गति पा लईए, तर जाइए। तुर मस्तक घर प्रभ लिखिया, गुर नानक मिले आया। हे मेरे वाहिगुरु निरंकार ने जिन्हां दे मस्तक पर आद तो भाई लेख लिखिया, क्योंकि लेखां विच आपां विचरदे रे। जन लेखै चालै लेखै वैसै लेखै लैंदा साहा। जितने कदम चलते वो भी लिखिया, जो बैठे वो भी लिखिया है, सवास ग्रास सब गिणती मिणती दे ने। जो आद तो विधाता ने लेख लिख दिते ने, ते इन्हां नूं गुरु आ मिलिया। बख्शीशा हुंदियां ने तो लोकी दा मालक आ मिलदा। जम कंकर मार बदारियां, हर दर गह लए छड़ाए। पातशाह फरमाउंदे ने, तिन्हां नूं जमदूतां नूं तिन्हां ने जमदूतां नूं मार के दूर कीता, तिन्हां नूं गुरु ने परमेश्वर दा नाम दे के परलोक विच आप छुड़ा लिया, बाह फड़ लई। गुर सिखां नो साबास है, हर तुठा मेल मिलाए। ਤਿੰਨ ਗੁਰਸਿੱਖਾਂ ਨੂੰ ਸਾਬਾਸੀਆਂ ਮਿਲਦੀਆਂ ਨੇ, ਬਖਸ਼ੀਸ਼ਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਭਾਈ ਸਤਿਗੁਰੂ ਦੇ ਮੇਲ ਵਿੱਚ ਆਪ ਮਿਲਾਇਆ ਹੈ। ਗੁਰ ਪੂਰੈ ਹਰ ਨਾਮ ਦੜਾਇਆ, ਜਿਨ ਵਿੱਚੋਂ ਭਰਮ ਚੁਕਾਇਆ। ਪੂਰੇ ਸਤਿਗੁਰੂ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਚਿੰਤਨ ਕਰਵਾਇਆ, ਨਾਮ ਨਾਲ ਜੋੜ ਦਿੱਤਾ, तिन्हां ने अपने हिरदे विचों सब भरम दूर कर दिते, गुरशब्दी गुरमतीए बन गए। राम नाम हर कीरत गाए,
ਕਰ ਚਾਨਣ ਮਗ ਦਿਖਾਇਆ। ਪਰਮੇਸ਼ਰ ਦਾ ਰਾਮ ਨਾਮ ਕੀਰਤੀ ਗਾ ਕੇ ਤਿਸ ਦੇ ਗਿਆਨ ਪ੍ਰਕਾਸ਼। ਵਾਹਿਗੁਰੂ ਜੀ ਪ੍ਰਾਪਤੀ ਦਾ ਰਸਤਾ ਜਗਿਆਸੂਆਂ ਨੂੰ ਭਾਈ ਦਿਖਾਇਆ ਹੈ। ਹੋ ਮੈਂ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਜਿਨ੍ਹਾਂ ਨੇ ਸਤਿਗੁਰੂ ਦੁਆਰਾ ਆਪਣੇ ਹਿਰਦੇ ਵਿੱਚ ਨਾਮ ਵਸਾ ਲਿਆ, ਨਾਮ ਜਪਦੇ ਹਉਮੈ ਨੂੰ ਮਾਰ ਕੇ, ਤੇ ਇਹਨਾਂ ਦੀ ਇੱਕ ਵਾਹਿਗੁਰੂ ਵਿੱਚ ਭਾਈ ਬਿਰਤੀ ਲੱਗੀ, ਮਨ ਜੁੜਿਆ। ਗੋਰਮਤੀ ਜਮ ਜੋਹੇ ਨਾ ਸਾਕੈ, ਸਚੈ ਨੋਏ ਸਮਾਇਆ। ਗੁਰਮਤੀ ਜਮ ਜੋਹੇ ਨਾ ਸਕੈ, ਸਚੈ ਨਾਏ ਸਮਾਇਆ। ਜਿਨ੍ਹਾਂ ਨੇ ਆਪਣਾ ਚਿੱਤ ਸੱਚੇ ਨਾਮ ਵਿੱਚ ਸਮਾਇਆ, ਤਿੰਨ ਗੁਰਮਤੀਆਂ ਨੂੰ ਜਮ ਦੇਖ ਵੀ ਨਹੀਂ ਸਕਦਾ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ। ਪਾਤਸ਼ਾਹ ਫਰਮਾਉਂਦੇ ਨੇ, ਕਰਤਾ ਪੁਰਖ ਸਭ ਵਿੱਚ ਆਪੇ ਆਪ ਵਰਤ ਰਿਹਾ ਹੈ। ਤਰਲੋਕੀ ਦਾ ਮਾਲਕ, ਸਭ ਦਾ ਪ੍ਰੇਰਕ ਮੇਰਾ ਵਾਹਿਗੁਰੂ ਆਪ ਹੈ ਭਾਈ। ਕਰਨਹਾਰ ਆਪ ਹੈ, ਕੋਈ ਦੂਜਾ ਨਹੀਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣ, ਜਲ ਥਲ ਮਹੀਲ ਸੋਏ। ਉਹ ਆਪ ਹੈ ਜੋ ਪੁਰਸ਼ ਤਿਸ ਨੂੰ ਭਾਉਂਦਾ, ਸੋਈ ਆਪਣੇ ਨਾਮ ਵਿੱਚ ਤਿਸ ਨੇ ਲਾ ਦਿੱਤਾ। ਸੇਵਕ ਲਾਇਓ ਆਪਣੀ ਸੇਵ, ਆਪ ਲਾਉਂਦਾ ਹੈ ਆਪਣਿਆਂ ਸੇਵਕਾਂ ਨੂੰ ਆਪਣੀ ਸੇਵਾ ਵਿੱਚ, ਜਿਨ੍ਹਾਂ ਤੇ ਬਖਸ਼ੀਸ਼ਾਂ ਕਰਨੀਆਂ ਨੇ। ਉਹ ਗੁਰੂ ਨਾਨਕ ਦੇ ਘਰ ਦੀ ਟਹਿਲ ਚਾਕਰੀ ਕਰਦੇ ਨੇ, ਨਾਮ ਜਪਦੇ ਨੇ, ਕਿਉਂਕਿ ਉਹਨਾਂ ਨੂੰ ਕੁਝ ਦੇਣਾ ਹੈ। ਜਨ ਨਾਨਕ ਨਾਉ ਲੈ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ। ਜੋ ਤਿਸ ਵਾਹਿਗੁਰੂ ਦਾ ਨਾਮ ਜਪਦੇ ਨੇ ਭਾਈ, ਉਹ ਜਿਉਂਦੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਕਿਉਂਕਿ ਜਿਹੜੇ ਸਵਾਸਾਂ ਨਾਲ ਪਰਮੇਸ਼ਰ ਦਾ ਨਾਮ ਜਪਿਆ ਗਿਆ, ਉਹ ਸਵਾਸ ਜੀਵਤ ਨੇ। ਜੋ ਸਵਾਸ ਭਾਈ ਵਿਅਰਥ ਚਲੇ ਗਏ, ਉਹ ਮਰ ਗਏ, ਕਿਸੇ ਅਰਥ ਨਹੀਂ। ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ੀਸ਼ਾਂ ਕੀਤੀਆਂ ਸੀ। ਇੱਕ ਐਸਾ ਹੀ ਨਗਰ ਜਿਨ੍ਹਾਂ ਦੀ ਸੰਗਤ ਹੋਈ ਸਤਪੁਰਸ਼ਾਂ ਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਨੂੰ ਤਾਲ ਦੇ ਵਿੱਚ ਰਹੇ ਸਨ। ਸ਼ਮਸ਼ਾਨ ਘਾਟ ਵਿੱਚ ਪਾਤਸ਼ਾਹ ਜੀ ਨੇ ਰਾਤ ਗੁਜ਼ਾਰੀ। ਤੋ ਅੰਮ੍ਰਿਤ ਵੇਲੇ ਭਾਈ ਮਰਦਾਨੇ ਨੇ ਕਬਰਾਂ ਦੇਖੀਆਂ, ਬੇਨਤੀ ਕਰ ਦਿੱਤੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ, ਪਾਤਸ਼ਾਹ ਗਰੀਬ ਨਵਾਜ਼ ਕਬਰਾਂ ਤੇ ਆਜੂ ਲਿਖੀ ਹੈ, ਬੜੀ ਕਮ ਆਜੂ। ਕੋਈ ਸ਼ਰਾਬ ਹੋਵੇਗਾ ਇਸ ਨਗਰ ਤੋਂ? ਛੋਟੀ ਆਜੂ ਹੈ ਸਭਨਾਂ ਦੀ। ਮ੍ਰਿਤੂ ਹੋ ਜਾਂਦੇ ਨੇ ਕਿਸੇ ਦੀ 2 ਸਾਲ 6 ਮਹੀਨੇ 2 ਮਹੀਨੇ, ਆਦਿਕ ਇੰਝ ਹੀ ਉਮਰ। ਪਾਤਸ਼ਾਹ ਕਹਿਣ ਲੱਗੇ, ਨਹੀਂ ਮਰਦਾਨਿਆਂ, ਤੂੰ ਜਾ ਕੇ ਨਗਰ ਵਿੱਚ ਪੁੱਛ ਕੇ ਆ, ਫਿਰ ਤੇਰਾ ਸੰਸਾਰ ਨਿਵਰਤ ਹੋ ਜਾਵੇਗਾ। ਭਾਈ ਮਰਦਾਨਾ ਨਗਰ ਵਿੱਚ ਗਿਆ, ਬੜੀ ਸੇਵਾ ਟਹਿਲ ਕੀਤੀ। ਕੀ ਦੇਖਦਾ, 80 82 100 ਸਾਲ ਦੇ ਬੈਠੇ ਨੇ ਬਜ਼ੁਰਗ। ਬੜਾ ਆਸ਼ਚਰਜ ਹੋਇਆ ਕਿ ਉਮਰ ਹੀ ਇੰਨੀ। ਫਿਰ ਦੱਸਿਆ ਪਤਵੰਤੇ ਸੱਜਣਾ ਨੇ, ਬੜੀ ਸੇਵਾ ਵੀ ਕੀਤੀ ਕਿ ਸਾਡੀ ਇੱਕ ਧਰਮਸ਼ਾਲਾ ਬਣਵਾਈ ਹੀ ਲਾਈ ਹੈ ਉੱਥੇ। ਜੋ ਜਗਿਆਸੂ ਨਗਰ ਵਿੱਚ ਨਾਮ ਜਪਦਾ ਹੈ, ਜਿੰਨੀਆਂ ਘੜੀਆਂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਦਾ ਹੈ, ਉਹ ਲਿਖਿਆ ਜਾਂਦਾ। ਤੇ ਬਾਕੀ ਜੋ ਸਮਾਂ ਸੰਸਾਰੀ ਵਿਹਾਰ ਧੰਦੇ ਕਰਦਿਆਂ ਬਤੀਤ ਹੁੰਦਾ, ਉਹ ਨਹੀਂ ਲਿਖਿਆ ਜਾਂਦਾ। ਜੋ ਪਾਤਸ਼ਾਹ ਦੇ ਬਚਨ ਵੀ ਨੇ, ਅਵਲ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਹੋਰ ਵਿਹਾਰ ਧੰਦਿਆਂ ਵਿੱਚ ਸਮਾਂ ਬਤੀਤ ਕੀਤਾ, ਉਹ ਕਿਸੇ ਅਰਥ ਵੀ ਨਹੀਂ, ਕਿਸੇ ਲੇਖੇ ਵਿੱਚ ਨਹੀਂ। ਜੋ ਗੁਰੂ ਦੇ ਚਰਨਾਂ ਵਿੱਚ ਸੰਗਤ ਵਿੱਚ, ਮੇਰੇ ਭਗਤ ਕਬੀਰ ਜੀ ਦੇ ਪਾਵਨ ਬਚਨ ਨੇ ਕਿ ਇੱਕ ਘੜੀ ਸੰਗਤ ਦੀ ਬਹੁਤ ਵੱਡਾ ਫਲ।
ਔਰ ਬਚਨ ਕੀਤੇ ਨੇ ਆਪਣੀ ਬਾਣੀ ਵਿੱਚ ਕਿ ਇਹ ਮਨੁੱਖ, ਜੇ ਇੱਕ ਘੜੀ ਦਾ ਸਮਾਂ ਨਹੀਂ ਤੈਨੂੰ ਮਿਲਣਾ, ਅੱਧੀ ਘੜੀ ਕਰ ਲੈ। ਜੇ ਇੰਨਾ ਵੀ ਸਮਾਂ ਨਹੀਂ, ਅੱਧੀ ਤੋਂ ਅੱਧੀ ਘੜੀ ਕਰ, ਲਾਹਾ ਹੀ ਲਾਹਾ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਯਾਦ, ਭਗਤਨ ਸੇਤੀ ਗੋਟੇ ਜੋ ਕੀਨੇ ਸੋ ਲਾਭ। ਕਿਉਂਕਿ ਲਾਭ ਹੀ ਲਾਭ ਹੈ, ਕਿਉਂਕਿ ਸੰਗਤ ਦਾ ਵੱਡਾ ਫਲ ਮਹਾਤਮ ਹੈ। ਇੱਕ ਘੜੀ ਸੰਗਤ ਦੀ 100 ਸਾਲ ਦੇ ਤਪ ਤੋਂ ਵੀ ਉੱਪਰ ਹੈ। ਵੱਡੀਆਂ ਬਖਸ਼ੀਸ਼ਾਂ ਮਿਲਦੀਆਂ ਨੇ, ਕਿਉਂਕਿ ਜੋ ਸੰਗਤ ਵਿੱਚ ਸਮਾਂ ਬਤੀਤ ਕੀਤਾ, ਨਾਮ ਜਪਣ ਵਿੱਚ ਸਮਾਂ ਲਾਇਆ, ਉਹ ਲਿਖਿਆ ਜਾਣਾ। ਉਹ ਸਵਾਲ ਸਭ ਵਿਅਰਥ ਨੇ ਆਪਣੇ। ਜੋ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ। ਜੋ ਤਿਸ ਵਾਹੇ ਗੁਰੂ ਦਾ ਨਾਮ ਜਪਦੇ ਨੇ ਭਾਈ, ਉਹੀ ਜਿਉਂਦੇ ਨੇ। ਨਹੀਂ ਤੋਂ ਨਾਮ ਤੋਂ ਬਿਨਾਂ ਇਹ ਖਿੰਨ ਵਿੱਚ ਮਰ ਜਾਇਆ ਕਰਦੇ, ਜਨਮਦੇ ਮਰਦੇ ਨੇ। ਮਨ ਅੰਤਰ ਹੋ ਮੈਂ ਰੋਗ ਭ੍ਰਮ ਭੂਲੇ, ਹੋ ਮੈਂ ਸਾਕਤ ਦੁਰਜਨਾ। ਜਿਨ੍ਹਾਂ ਦੇ ਮਨ ਅੰਦਰ ਹਉਮੈ ਦਾ ਰੋਗ ਹੈ, ਹੰਕਾਰ ਵਿੱਚ ਨੇ, ਉਹ ਸਾਕਤ ਖੋਟੇ ਜਨੋ, ਭਰਮ ਕਰਕੇ ਪਰਮੇਸ਼ਰ ਤੋਂ ਭਾਈ ਭੁੱਲੇ ਹੋਏ ਨੇ। ਨਾਨਕ ਰੋਗ ਗਵਾਏ ਮਿਲ, ਸਤਿਗੁਰ ਸਾਧੂ ਸੱਜਣਾ। ਪਾਤਸ਼ਾਹ ਉਪਦੇਸ਼ ਦਿੰਦੇ ਨੇ ਪਿਆਰਿਓ, ਨਾਨਕ ਰੋਗ ਗਵਾਏ ਮਿਲ, ਸਤਿਗੁਰ ਸਾਧੂ ਸੱਜਣਾ। ਸਤਿਗੁਰੂ ਸਾਧੂ ਰੂਪ ਸੱਜਣਾ ਨੂੰ ਮਿਲ ਕੇ, ਭਾਵ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨੇਟੀ ਗੁਰੂ ਦੀ ਸੰਗਤ ਕਰਕੇ, ਰੱਬ ਦੇ ਜਨ ਸਾਧੂਆਂ ਨੂੰ ਮਿਲ ਕੇ, ਉਹ ਕੌਮੇ ਰੋਗ ਨੂੰ ਗਵਾ ਦਿੰਦੇ ਨੇ। ਕੌਣ? ਸਤ ਸੰਗੀ ਗੁਰਸ਼ਬਦੀ ਗੁਰਮਤੀਏ। ਉਹ ਗੁਰੂ ਨਾਨਕ ਦੇ ਘਰ ਆਉਂਦੇ ਨੇ, ਬਖਸ਼ੀਸ਼ਾਂ ਲੈਂਦੇ ਨੇ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰਤੀ ਹਰ ਰੰਗ ਚੋਲੇ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਸਿੱਖਿਆ ਕਰਕੇ ਜੋ ਗੁਰਮੁਖ ਨੇ, ਗੁਰਮਤੀਏ, ਉਹ ਭਾਈ ਪਰਮੇਸ਼ਰ ਦਾ ਨਾਮ ਜਪਦੇ ਨੇ। ਕਿਉਂਕਿ ਤਿਨਾਂ ਦੇ ਤਾਈ ਹਰੀ ਦੇ ਪ੍ਰੇਮ ਦੀ ਦਿਨ ਰਾਤ ਖਿੱਚ ਆਈ ਹੈ। ਬੜਾ ਪ੍ਰੇਮ ਨੇ ਉਹ ਹੈ ਉਹਨਾਂ ਨੂੰ ਪਰਮੇਸ਼ਰ ਨਾਲ, ਅਤੇ ਤਿਨਾਂ ਦੇ ਸਰੀਰ ਚੋਲੇ ਵਿੱਚ ਬੁੱਧ ਹਰ ਹਰ ਨਾਮ ਦੇ ਆਨੰਦ ਵਿੱਚ ਰਤੀ ਹੋਈ ਹੈ। ਹਰ ਜੈਸਾ ਪੁਰਖ ਨਾ ਲਾਭਈ, ਸਭ ਦੇਖਿਆ ਜਗਤ ਮੈਂ ਟੋਲੇ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਭਾਈ ਪਿਆਰਿਓ, ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਮੈਂ ਸਾਰੇ ਜਗਤ ਨੂੰ ਖੋਜ ਕੇ ਦੇਖ ਲਿਆ, ਤੱਕ ਲਿਆ। ਮੇਰੇ ਹਰੀ ਜੈਸਾ, ਮੇਰੇ ਸਮਰੱਥ ਗੁਰੂ ਜੈਸਾ ਕੋਈ ਪੁਰਖ ਮੈਨੂੰ ਲੱਭਿਆ ਕੀ ਨਹੀਂ। ਗੁਰ ਸਤਿਗੁਰ ਨਾਮ ਧਿਰੜਾਇਆ, ਮਨ ਅਨੰਤ ਨ ਕਾਹੂ ਡੋਲੇ। ਜਿਨ੍ਹਾਂ ਨੂੰ ਸਰਬ ਤੇ ਵੱਡੇ ਪੂਜ ਸਮਰੱਥ ਗੁਰੂ ਨੇ ਨਾਮ ਨਾਲ ਜੋੜਿਆ, ਉਪਦੇਸ਼ ਨਾਮ ਦਾ ਕੀਤਾ ਕਿ ਭਾਈ ਨਾਮ ਜਪੋ, ਬੰਦਗੀ ਵਿੱਚ ਜੁੜੋ, ਉਹ ਪੁਰਸ਼ ਔਰ ਕਹੀ ਨਹੀਂ ਡੋਲਦੇ। ਭਾਵ ਇੱਕ ਵਾਹਿਗੁਰੂ ਵਿੱਚ ਹੀ ਨਿਹਚਾ ਰੱਖਦੇ ਨੇ। ਕਿਉਂਕਿ ਗੁਰ ਸ਼ਬਦੀ ਗੁਰਮਤੀਏ ਹੋ ਕੇ ਉਹ ਅਵੇ ਤਵੇ ਦੀ ਚਾਕਰੀ ਨਹੀਂ ਕਰਦੇ, ਗੁਰੂ ਦੇ ਬਣ ਗਏ। ਕਿਉਂਕਿ ਸਮਰੱਥ ਗੁਰੂ ਦੀ ਜਿਨ੍ਹਾਂ ਨੇ ਛੰਡ ਲਈ, ਫਿਰ ਗੁਰੂ ਸਤ ਸੰਗੀ ਜਨੋ ਉਹਨਾਂ ਦੀ ਪੈਜ ਪ੍ਰਤਿਗਿਆ ਵੀ ਰੱਖਦਾ ਹੈ। ਆਪ ਬਾਂਹ ਫੜਦਾ ਜੋ ਗੁਰੂ ਦਾ ਬਣ ਜਾਵੇ। ਜਨ ਨਾਨਕ ਹਰਿ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ। ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਹਰਿ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ। ਮੈਂ ਤਿੰਨ ਜਨਾਂ ਦਾ ਦਾਸ। ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਆਪ ਨੂੰ ਮੁਖਾਤਬ ਕਰਦੇ ਆ, ਬਚਨ ਕਹਿੰਦੇ ਨੇ, ਪਿਆਰਿਓ,
मैं उन्हां जनां दा दास हां जो खरी रूप सतगुरु दे दासां दे दास बन गए। मैं उन्हां दा दास हां। सलोक महला पंजोवा एक ओंकार सतगुर प्रसाद रते सीजे मुख नाम उड़न जिनी संजाता साई। पातशाह पंजवें गुरु नानक गुरुदेव श्री गुरु अर्जन देव महाराज जी पावन उपदेश दिंदे ने भाई वाहेगुरु विच सोई प्रीतवान भए ने रते ने परमेश्वर विच ओही जन ओही पुछ जो तिस हरी ते वाहेगुरु तो मुख ना मोड़न। भाव बेमुख नहीं हुंदे गुरु मुर्शद तो। वो कौन ने जिन्हां ने अपने मालिक साईं नूं पहचान लिया कि मेरा मालिक मेरा वाहेगुरु मेरा गुरु समर्थ है। एक रूप मेरे विधाता प्रभु नाल होया। उन्हां नूं पहचान आ गई अपने मुर्शद समर्थ गुरु दी। वो डोलदे नहीं, वो मुख नहीं मोड़दे गुरु नालों। झड़ झड़ पावंदे कच्चे बिरही जिन्ना कार ना आई। जो कच्चे ने मंद बैरागी ने भाव देखा दाखी आ गई पर भावना शरदा नहीं है, प्रेम नहीं गुरु नाल। वो पदार्थां नूं दे के मन वाणी से झड़ जाते ने, बेमुख हो जाते ने। पदार्थां नूं कुछ वस्तु ना मिले, कोई ऐसा समा बन जाए वो दूर हो जाते ने, गुरु तो बेमुख हो जाते ने। वो कौन ने जिन्हां नूं विराग दशा सूत नहीं आई। धनी विहोणा पाट पटंबर पाही सेती जाले। पातशाह फरमाउंदे ने परमेश्वर तो बिना समान वस्त्र पट दे वस्त्र आदि सर पदार्थां नूं अग्नि साथ जला दईए, उस वाहे गुरु तो बिना धूड़ी विच लोड़ंदड़ी सोहा नानक तै सह नाले। पातशाह फरमाउंदे ने गुरु अर्जन देव महाराज जी तिस पति दे साथ मिल के धूड़ी विच लेटदी होई भी मैं शोभा पाउंदी, क्योंकि मेरा नेहो मेरे समर्थ पति परमेश्वर समर्थ गुरु नाल है, ना कि पदार्थां नाल सुखां नाल, पर गुरु नाल प्रेम है। किसी ने मारू राग गाविया, लोकां ने आके पातशाह पास बड़ी बड़ियाई की गुरु अर्जन देव महाराज जी अगे। पातशाह ने फिर बचन उचारे, बाणी उचारी, कहन लगे गुर कै शब्द आराधीऐ नाम रंग वैराग। वैराग संयुक्त होके प्रेम साथ तिस नाम वाहे गुरु नूं सतगुरु दे शब्द करके आराधना करिए, गुर शब्दी गुरमतीए बन के। जीते पंच वैराइया नानक सफल मारू एहो राग। पातशाह फरमाउंदे ने गुरु अर्जन देव महाराज जी भाई जीते पंच वैराइया। पंच वैरी केड़े ने? काम क्रोध लोभ मोह हंकार, पंज वैरी ने मनुख दे। ये शत्रु ने बड़े बल वाले, जिन्हां ने पंज विकारां नूं इन्हां शत्रुआं नूं जित लिया, तिन्हां नूं ये मारू राग गाविया होया सफल है भाई। जीते पंच वैराइया नानक सफल मारू एहो राग। एक ब्राह्मण बड़ा लोभी सी, बड़ा लालची। गुरु अर्जन देव महाराज जी के दरबार में आया, दान भी लिया और दान सतगुरां ने दवाया। सेवकां नूं हुक्म होया दान दे दिता। बड़ा लालच किया
ਕਹਿਣ ਲੱਗਾ ਮੈਨੂੰ ਔਰ ਘਰ ਮੰਗਣ ਨੂੰ ਬੜੇ ਨੇ, ਕੁਝ ਤੋਂ ਕੁਝ ਕਬੂਲ ਬੋਲਣ ਲੱਗਾ ਸੇਵਕਾਂ ਨੂੰ। ਤੁਸੀਂ ਸਿੱਖਾਂ ਤੋਂ ਮੰਗ ਕੇ ਲੈਂਦੇ ਹੋ, ਇੰਝ ਵੀ ਬਚਨ ਆਖੇ ਉਸ ਬ੍ਰਾਹਮਣ ਲੋਭੀ ਨੇ। ਜਦੋਂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੇਵਕਾਂ ਸਿੱਖਾਂ ਨੇ ਦੱਸਿਆ ਸਤਿਗੁਰੂ ਬ੍ਰਾਹਮਣ ਇੰਝ ਤੋਂ ਇੰਝ ਬੋਲਦਾ ਹੈ। ਪਾਤਸ਼ਾਹ ਨੇ ਫਿਰ ਬਾਣੀ ਉਚਾਰੀ, ਬੜੀਆਂ ਸੰਗਤਾਂ ਬੈਠੀਆਂ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਹਿਣ ਲੱਗੇ, ਜਾਮੋ ਇੱਕ ਤਾਂ ਲੱਕ ਤੋ ਜਿੱਤੀ ਪਹਿਨਣੇ ਦਰ ਕਿਤੜੇ। ਪਾਤਸ਼ਾਹ ਕਹਿਣ ਲੱਗੇ ਜਬ ਮੈਂ ਮੰਗਦਾ ਹਾਂ ਤਾਂ ਮੈਨੂੰ ਮੰਗਣੇ ਵਾਸਤੇ ਇੱਕ ਪਰਮੇਸ਼ਰ ਦਾ ਘਰ ਹੈ, ਕਿਉਂਕਿ ਉਸਨੇ ਬਚਨ ਕਹੇ ਸੀ ਕਿ ਤੁਸੀਂ ਵੀ ਸਿੱਖਾਂ ਤੋਂ ਮੰਗ ਕੇ ਲੈਂਦੇ ਹੋ। ਜਾਮੂ ਇੱਕ ਤਾਂ ਲੱਕ ਤੋ ਜਿੱਤੀ ਪਹਿਨਣੇ ਦਰ ਕਿਤੜੇ। ਜਦ ਮੈਂ ਮੰਗਦਾ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਆ, ਮੁਖਾਤਬ ਕਰਦੇ ਆ, ਕਹਿੰਦੇ ਨੇ ਤਾਂ ਮੈਨੂੰ ਮੰਗਣ ਵਾਸਤੇ ਇੱਕ ਗੁਰੂ ਨਾਨਕ ਪਰਮੇਸ਼ਰ ਦਾ ਘਰ ਹੈ। ਤੈਨੂੰ ਲੱਖਾਂ ਦਰ ਜਿਤਨੇ ਕਿਤਨੇ ਮੰਗਣ ਨੂੰ ਨੇ, ਜਦ ਸਾਡੀ ਵੱਲ ਇੱਕ ਵਾਹਿਗੁਰੂ ਹੈ, ਸਾਡੇ ਵੱਲ ਤਾਂ ਪਰਮੇਸ਼ਰ, ਤਾਂ ਤੇਰੇ ਜੈਸੇ ਕਈ ਲੱਖਾਂ ਸਾਡੇ ਦਰ ਤੇ ਮੰਗਣੇ ਆਉਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਤੇਰੇ ਵੱਧ ਕੇ ਲੱਖਾਂ ਸਾਡੇ ਦਰ ਤੇ ਮੰਗਣੇ ਆਉਂਦੇ ਨੇ, ਕਿਉਂਕਿ ਘਰ ਗੁਰੂ ਨਾਨਕ ਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਬਖਸ਼ੀਸ਼ਾਂ ਦਾ ਦਰ ਹੈ। ਬਾਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇਹ ਬ੍ਰਾਹਮਣ ਤੇਰਾ ਜਨਮ ਵਿਅਰਥ ਚਲਾ ਗਿਆ ਹੈ, ਕਿਉਂਕਿ ਲੋਭ ਲਾਲਚ ਵਿੱਚ ਤੂੰ ਅਟਿਆ ਹੋਇਆ ਕਿ ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ ਰਚਿਆ, ਸੁੰਦਰ ਤੇਰਾ ਤਨ ਹੈ, ਪਦਾਰਥ ਸੁਖ ਦਿੱਤੇ ਤੈਨੂੰ, ਸੋ ਹਰੀ ਉਹ ਵਾਹਿਗੁਰੂ ਤੈਨੂੰ ਵਿਸਰ ਗਿਆ, ਭੁੱਲ ਗਿਆ, ਤੂੰ ਹਮੇ ਹੰਕਾਰ ਵਿੱਚ ਵਿਚਰਦਾ ਹੈ। ਸੋਰਠ ਸੋ ਰਸ ਪੀਜੀਐ ਕਬਹੂ ਨ ਫੀਕਾ ਹੋਏ। ਇੱਕ ਜਗਿਆਸੂ ਆਇਆ, ਗੁਰਦੇਵ ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਮ ਕੇ ਜਗਿਆਸੂਆਂ ਨੇ ਸੋਠ ਰਾਗਣੀ ਬੜੀ ਸੁੰਦਰ ਗਾਈ ਹੈ। ਤੋ ਦੱਸਿਆ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਪਾਤਸ਼ਾਹ ਨੇ ਫਿਰ ਬਾਣੀ ਉਚਾਰੀ, ਬਚਨ ਕਹਿਣ ਲੱਗੇ, ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਸੋਠ ਰਾਗਣੀ ਸੋਈ ਬੁੱਧੀ ਸ੍ਰੇਸ਼ਟ ਹੈ, ਭਾਈ ਸਫਲ ਹੈ, ਜਿਸ ਦੇ ਸਾਥ ਸੋ ਨਾਮ ਰਸ ਪਾਨ ਕਰੀਏ, ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਜੁੜ ਜਾਈਏ। ਉਹ ਰਸ ਕਦੇ ਫਿੱਕਾ ਨਹੀਂ ਹੁੰਦਾ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਰਾਮ ਨਾਮ ਜਪੀਏ, ਗੁਣਾਂ ਨੂੰ ਗਾਇਨ ਕਰੀਏ ਕਿ ਪਰਲੋਕ ਵਿੱਚ ਉਜਲ ਸੋਭਾ ਹੁੰਦੀ ਹੈ। ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ, ਅੰਦਰ ਨਾ ਮਨ ਧਾਮ ਸਦਾ ਗੁਣ ਸਾਰਈ। ਜੋ ਤਰਲੋਕੀ ਦੇ ਮਾਲਕ ਮੇਰੇ ਗੁਰੂ ਨਾਨਕ ਨੇ ਰੱਖੇ ਨੇ, ਤਿੰਨਾਂ ਨੂੰ ਭਾਈ ਕੋਈ ਮਾਰ ਨਹੀਂ ਸਕਦਾ। ਦਸ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਕਿਉਂਕਿ ਤਿੰਨਾਂ ਦੇ ਅੰਦਰ ਨਾਮ ਨਿਧਾਨ ਗੁਰੂ ਨਾਨਕ ਬੈਠਾ ਹੈ। ਉਹ ਸਦਾ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਦੇ ਨੇ, ਨਾਮ ਜਪਦੇ ਨੇ ਗੁਰੂ ਨਾਨਕ ਦਾ। ਏਕਾ ਟੇਕ ਆਗਮ ਮਨ ਤਨ ਪ੍ਰਭ ਧਾਰਈ, ਲੱਗਾ ਰੰਗ ਅਪਾਰ ਕੋ ਨਾ ਉਤਾਰਈ। ਮਨ ਤਨ ਵਿੱਚ ਇੱਕ ਅਗੰਮ ਪ੍ਰਭੂ ਦੀ ਟੇਕ ਧਾਰਨ ਕਰਦੇ ਨੇ, ਤੇ ਇਹਨਾਂ ਨੂੰ ਅਪਾਰ ਪ੍ਰਭੂ ਦਾ ਪ੍ਰੇਮ ਲੱਗਿਆ, ਜਿਸਨੂੰ ਕੋਈ ਉਤਾਰ ਨਹੀਂ ਸਕਦਾ। ਗੁਰਮੁਖਾਰ ਗੁਣ ਗਾਏ ਸਹਿਜ ਸੁਖ ਸਾਰਈ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ ਨਾਨਕ ਨਾਮ ਨਿਧਾਨ ਹਿਰਦੈ ਉਧਾਰਈ। ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ। ਨਾਨਕ
ਨਾਮ ਨਿਧਾਨ ਹਿਰਦੈ ਉਦਖਾਰੇ। ਸੋ ਗੁਰਮੁਖ ਗੁਰੂ ਨੂੰ ਮੁੱਖ ਰੱਖਣ ਵਾਲੇ ਗੁਰਮਤੀਏ ਗੁਰ ਸ਼ਬਦੀ ਭਾਈ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ। ਗੁਣ ਗਾ ਕੇ ਗੁਰੂ ਨਾਨਕ ਦੇ ਆਤਮ ਸੁੱਖ ਨੂੰ ਪ੍ਰਾਪਤ ਹੋ ਜਾਂਦੇ ਨੇ। ਉਹ ਜਨ ਨਾਮ ਨਿਧਾਨ ਦਾ ਸਦਾ ਹਿਰਦੇ ਵਿੱਚ ਖਾਰ ਪਹਿਲਦੇ ਨੇ ਪਰਮੇਸ਼ਰ ਦੇ ਨਾਮ ਦਾ। ਉਹ ਨਾਮ ਨੂੰ ਕਦੇ ਵਿਸਾਰਦੇ ਨਹੀਂ, ਕਿਉਂਕਿ ਭਾਈ ਇਹ ਯੁੱਗ ਕਲ ਯੁੱਗ ਦਾ ਹੈ। ਕਲ ਕੇਵਲ ਨਾਮ ਉਹਦਾ ਬਾਬਾ ਜੀ ਨੇ ਬਖਸ਼ਿਆ ਕਰਨੀ। ਅਬ ਕਲੂ ਆਇਓ ਰੇਕ ਨਾਮ ਬੋ 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 ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਇਹ ਰੁੱਤ ਨਾਮ ਦੇ ਬੀਜ ਦੀ ਹੈ, ਨਾਮ ਬੀਜੋ ਜੁਗ ਕਲ ਜੁਗ ਦਾ ਹੈ। ਨਾਮ ਦੀ ਟੇਕ ਲਵੋ, ਨਾਮ ਬੀਜੋ, ਨਾਮ ਜਪੋ। ਗੁਰ ਸ਼ਬਦੀ ਗੁਰਮਤੀਏ ਬਣੀਏ, ਖੰਡੇ ਵਾਟੇ ਦਾ ਅੰਮ੍ਰਿਤ ਛਕੀਏ। ਸੰਗ ਕਰੀਏ ਸਤਪੁਰਸ਼ਾਂ ਦਾ, ਜਿੱਥੋਂ ਆਪਾਂ ਨੂੰ ਨਾਮ ਦੀਆਂ ਬਖਸ਼ੀਸ਼ਾਂ ਮਿਲਣੀਆਂ ਨੇ। ਰਾਮ ਨਾਮ ਸੰਤਨ ਘਰ ਪਾਇਆ, ਰੱਬ ਦੇ ਜਨਾਂ ਤੋਂ ਮਿਲਣਾ ਹੈ। ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਕਿ ਅਚੁੱਤ हे पार ब्रह्म